इस वेले फोन लाइन ते SGPC के साबका प्रधान बीबी जगीर कौर जुड़े हुए ने। बीबी जगीर कौर जी, स्वागत है न्यूज़ 18 पंजाब ते। तुहाडे तो समझना चाहांगे कि जो ऐलान प्रधानमंत्री दे वल्लों कीता गया है, बहुत सारे सियासी आगू, बहुत सारे आगू इसका स्वागत भी कर रहे हैं, लेकिन किते ना किते जथेदार जी दे वल्लों, श्रोमणी कमेटी दे वल्लों इस नाम नूं लैके, वीर बाल दिवस नूं लैके इतराज जाहिर किया गया है। देखो, इस तरह के साहिबजादे धन गुरु गोबिंद सिंह जी दे जड़े है, इन्हां दी लासानी शहादत है जी। और इन्होंने बालां वर्गे काम नहीं किते, इन्होंने ते बाबियां वर्गे काम किते। इन्होंने ते वो पूरने पाए है जड़े साडे बाबे पूरने पाते हैं, आइडियल दिंदे है। इन्हां दी शहादत दे नाल किसी दा कंपैरेबल कहंदे कंपैरेबल है, ये किसी नाल मुकाबला नहीं किया जा सकता। वीर योधे हो सकते हैं, किसी जंग के मैदान च हो सकते हैं, किसी लड़के मरन वाले हो सकते हैं जी। पर जे इन्हों असीं कहिए वीर बाल, इहदा मतलब असीं हुण बाल क्या करांगे? बाबे ही थां दित्ते। इहते बाबा जो अजीत सिंह, बाबा जुझार सिंह, बाबा जोरावर सिंह, बाबा फतेह सिंह, इट मीनस कि ये तां साडे बाबे जो असीं बच्चिआं नूं सेध देनी है, ये पूरने पा के सेध दिंदे है। इन्हां दा इतिहास ते बालां नूं पढ़ाउण वास्ते सिलेबस विच दर्ज करना चाहिए, ना कि इन्हां नूं बाल कहना चाहिए। इन्हां दा इतिहास बालां नूं पढ़ाउण वास्ते हर सब जो सिलेबस है उन्हां दा उहदे विच दर्ज कर देना चाहिए। सो मैं समझदी है कि प्रधानमंत्री जी ने अपने वालों सत्कार भेंट किया, चलो उन्हां दी भावना, पर सिख कौम दी सिख मर्यादा दी डिक्शनरी विच वीर बाल शब्द जिहड़ा वो शोभा नहीं दिंदा, बहुत छोटा शब्द लगता है। ये तो बालां वाली गल लगती है, उन्हें बाबियां वाली गल की है, बालां वाली नहीं की। की तुसी ये मसला चुकोगे सरकार दे कोल के इसदा नाम तब्दील किया जाए? जरूर जी। देखो, ਇਹਦਾ वैसे ही ਜਦੋਂ ਕੋਈ ਇਦਾਂ ਦੇ ਮੁੱਦਿਆਂ ਨੂੰ ਕੋਈ ਨਾਮ ਦੇਣਾ ਹੁੰਦਾ ਹੈ, ਸਾਡਾ ਤੇ ਵੈਸੇ ਚੱਲ ਰਿਹਾ ਜੀ ਸ਼ਹੀਦੀ ਸਾਕਾ, ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਨਾਲੇ ਅਸੀਂ ਚਾਰੇ ਸਾਹਿਬਜ਼ਾਦਿਆਂ ਨੂੰ ਵੱਖ ਨਹੀਂ ਕਰ ਸਕਦੇ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਇਹ ਸਾਹਿਬਜ਼ਾਦਿਆਂ ਸ਼ਹਾਦਤਾਂ ਨੂੰ ਅਸੀਂ ਵੱਖਰੇ ਨਹੀਂ ਕਰ ਸਕਦੇ। ਇਹ ਸਾਕਾ ਇਕੱਠਾ ਹੀ ਵਾਪਰਿਆ ਹੋਇਆ, ਵੱਖ-ਵੱਖ ਦਿਨਾਂ ਵਿੱਚ ਇਕੱਠਾ ਹੀ ਵਾਪਰਿਆ। ਔਰ ਜ਼ੁਲਮ ਦੇ ਖਿਲਾਫ ਜੋ ਉਹਨਾਂ ਨੇ ਧਰਮ ਪਰਿਵਰਤਨ ਕਰਵਾਉਣ ਵਾਸਤੇ ਕੀਤਾ ਸੀਗਾ, ਲੇਕਿਨ ਸਾਡੇ ਬਾਬਿਆਂ ਨੇ ਉਹ ਧਰਮ ਪਰਿਵਰਤਨ ਦੇ ਖਿਲਾਫ ਆਵਾਜ਼ ਉਠਾਈ ਹੈ, ਇਹ ਨਹੀਂ ਮੰਨਿਆ। ਸੋ ਇਸ ਕਰਕੇ ਇਹ ਪਹਿਲਾਂ ਬੜਾ ਸੈਂਸਿਟਿਵ ਮੁੱਦਾ ਹੋਣਾ ਚਾਹੀਦਾ ਹੈ। ਠੀਕ ਹੈ, ਉਹਨਾਂ ਨੇ ਆਪਣਾ ਸਤਿਕਾਰ ਭੇਟ ਕੀਤਾ, ਲੇਕਿਨ ਮੈਂ ਸਮਝਦੀ ਹਾਂ ਕਿ ਪਹਿਲਾਂ ਸਿੱਖ ਸੰਸਥਾਵਾਂ ਸਾਡੀਆਂ ਜਿਹੜੀਆਂ, ਜਾਂ ਸਾਡੇ ਸ਼੍ਰੀ ਅਕਾਲ ਤਖ਼ਤ ਸਾਹਿਬ ਹੈ, ਸਾਡੀ SGPC ਸਿੱਖ ਕੌਮ ਦੀ ਸਿਰਮੌਰ ਸੰਸਥਾ ਕਹਿੰਦੀ ਹੈ, ਇਹ ਨਾਮਕਰਨ ਜਦੋਂ ਕਿਤੇ ਦੇਣਾ ਹੋਵੇ, ਕਮ ਸੇ ਕਮ ਸਾਡੀ ਸਿੱਖ ਮਰਿਆਦਾ ਦੀ ਡਿਕਸ਼ਨਰੀ ਵਿੱਚ ਤੇ ਹੋਣਾ ਚਾਹੀਦਾ ਨਾ। ਇਹ ਸਾਡੀ ਡਿਕਸ਼ਨਰੀ ਨਾਲ ਢੁਕਦਾ ਨਹੀਂ ਜੀ। ਤੁਹਾਨੂੰ ਲੱਗਦਾ ਕਿ ਰਾਏ ਲੈਣੀ ਜ਼ਰੂਰੀ ਸੀ, ਰਾਏ ਲਈ ਜਾਣੀ ਚਾਹੀਦੀ ਸੀ? ਬਹੁਤ ਜ਼ਰੂਰੀ ਸੀ। ਇਹ ਇਹਨਾਂ ਦੀ ਅੱਗੇ ਪਹਿਲਾਂ ਵੀ ਅਸੀਂ ਕਿਹਾ ਕਿ SGPC ਇੱਕ ਨੋਡਲ ਏਜੰਸੀ ਹੋਣੀ ਚਾਹੀਦੀ ਹੈ। ਕੋਈ ਵੀ ਧਾਰਮਿਕ ਮਸਲੇ ਦਾ ਫੈਸਲਾ ਕਰਨ ਵਾਸਤੇ ਜਾਂ ਧਾਰਮਿਕ ਲੋਕਾਂ ਦੇ ਵਿੱਚ ਜਿਹੜੀ ਅਸੀਂ ਲੋਕਾਂ ਨੂੰ ਕਹਿ ਸਕਦੇ ਹਾਂ ਆਪਾਂ, ਕੋਈ ਫੈਸਲਾ ਕਰਨਾ ਹੈ ਤਾਂ ਉਹਦੇ ਵਾਸਤੇ ਨੋਡਲ ਏਜੰਸੀ ਸਾਡੀ ਕੌਮ ਨੇ SGPC ਚੁਣੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਹੈ, ਸ਼੍ਰੀ ਅਕਾਲ ਤਖ਼ਤ ਸਾਹਿਬ ਸੁਪਰੀਮ ਹੈ, ਉਹ ਫੈਸਲਾ ਅਸੀਂ ਉੱਤੇ ਮੋਹਰ ਲਾਉਂਦੇ ਹੈ। ਤੇ ਇਹਨਾਂ ਨੂੰ ਕੀ ਕਾਹਲੀ ਪੈ ਗਈ ਸੀ ਕਿ ਜਿਹੜਾ ਇਹਨਾਂ ਨੇ ਰਾਤੋਂ ਰਾਤ ਹੀ ਬਿਨਾਂ ਕਿਸੇ ਸਲਾਹ ਦੇ ਤੋਂ ਇਹ ਸ਼ਬਦ ਕਹਿ ਦਿੱਤਾ? बीजेपी आगू तो बीबी जी कह रहे हैं कि बहुत समय तो ये मंग सी, सगों पहला भी बीजेपी आगू कई बार कहते रहे ने कि बाल दिवस दा नाम ही तब्दील कर दिता जाए। सवाए मनजिंदर से सिरते तो केदी मंग सी? ਕਿਹੜੀਆਂ ਸਿੱਖ ਸੰਸਥਾਵਾਂ ਨੂੰ ਲਿਖ ਕੇ ਭੇਜਿਆ? ਕਿਹੜੀ SGPC ਨੇ ਲਿਖ ਕੇ ਭੇਜਿਆ? ਕਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਐਲਾਨਨਾਮਾ ਹੋਇਆ? ਕਿਹਨੇ ਮੰਗ ਕੀਤੀ? ਕੇਵਲ ਇੱਕ ਸਿੱਖ ਜਿਹੜਾ ਇਹ ਫੈਸਲਾ ਨਹੀਂ ਕਰ ਸਕਦਾ। ਮੈਂ ਇਕੱਲੀ ਸਿੱਖ ਫੈਸਲਾ ਨਹੀਂ ਕਰ ਸਕਦੀ, ਮੈਂ ਐਜ਼ ਏ ਜਗੀਰ ਕੌਰ ਫੈਸਲਾ ਨਹੀਂ ਕਰ ਸਕਦੀ। ਮੈਂ ਐਜ਼ ਏ SGPC ਦੀ ਮੁਖੀ ਹੋ ਕੇ ਸਿੱਖ ਸੰਸਥਾਵਾਂ ਦੀ ਸਲਾਹ ਲੈ ਕੇ ਫੈਸਲਾ ਕਰ ਸਕਦੀ ਹਾਂ, ਨਾ ਕਿ ਮੈਂ ਐਜ਼ ਏ ਇੰਡੀਵਿਜੂਅਲ ਕੋਈ ਮੰਗ ਨਹੀਂ ਕਰ ਸਕਦਾ। ਜੀ ਤਾਂ ਇਹ ਇੰਪੈਰੇਟਿਵ ਹੋ ਜਾਂਦਾ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਰਾਏ ਲਈ ਜਾਣੀ ਚਾਹੀਦੀ ਸੀ ਸਿੱਖ ਸੰਸਥਾਵਾਂ ਦੀ, ਲੇਕਿਨ ਬਹੁਤ ਸਾਰੇ ਬੀਬੀ ਜੀ ਸਿਆਸੀ ਆਗੂ ਖੁਸ਼ੀ ਜ਼ਾਹਰ ਕਰ ਰਹੇ ਨੇ, ਸਗੋਂ ਕਹਿ ਰਹੇ ਨੇ ਕਿ ਵੱਡੇ ਸਮੇਂ ਤੋਂ ਮੰਗ ਸੀ। ਸਿਆਸੀ ਆਗੂਆਂ ਨੇ ਤਾਂ ਉੱਤੇ ਹੀ ਦੇਖਣਾ ਨਾ ਕਿ ਇਹ ਹੋ ਗਿਆ, ਇਹ ਹੋ ਗਿਆ। ਇਹਨਾਂ ਨੂੰ ਤੇ ਕੋਈ, ਇਹਨਾਂ ਨੇ ਇਹ ਨਹੀਂ ਵੇਖਣਾ ਕਿ ਸਾਡੀ ਜਿਹੜੀ ਵੋਕੈਬਲਰੀ ਹੈ, ਸਾਡੀ ਜਿਹੜੀ ਹੈ ਸਿੱਖ ਮਰਿਆਦਾ ਦੇ ਸ਼ਬਦ ਜਿਹੜੇ ਹੈ ਉਹ ਕਿੱਥੇ ਟੁਕਦੇ ਹੈ, ਉਹ ਕਿਹੜਾ ਢੁਕਵਾਂ ਸ਼ਬਦ ਹੋਣਾ ਚਾਹੀਦਾ ਹੈ, ਜਿਹੜੇ ਢੁਕਵੇਂ ਸ਼ਬਦ ਦੇ ਨਾਲ ਇਹਦਾ ਸਨਮਾਨ ਜਿਹੜਾ ਵੱਧ ਸਕੇ, ਘਟੇ ਨਾ।
ਤੁਹਾਨੂੰ ਲੱਗ ਰਿਹਾ ਕਿ ਸਨਮਾਨ ਸਗੋਂ ਘਟਾ ਦਿੱਤਾ ਗਿਆ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਬਾਬਾ ਜਦੋਂ ਸ਼ਬਦ ਵੀਰਬਾਲ ਕਵਾਂਗੇ, ਆਪਾਂ ਵੀਰਬਾਲ ਜੀ। ਕਵਾਂਗੇ ਤੇ ਵੀਰਬਾਲ ਦੇ ਇੱਕ ਬਹੁਤ ਛੋਟਾ ਸ਼ਬਦ ਆ ਗਿਆ ਉਹਨਾਂ ਲਈ। ਵੀਰ ਯੋਧੇ ਦੇਖੋ ਇੱਕ ਹੁੰਦੇ ਨੇ ਕਿਸੇ ਮੁਕਾਬਲੇ ਵਿੱਚ ਮਾਰੇ ਜਾਣਾ, ਕਿਸੇ ਦੇਸ਼ ਦੀ ਸ਼ਹਾਦਤ ਦੇ ਉੱਤੇ ਵੀਰ ਯੋਧੇ ਜਿਹੜੇ ਸ਼ਹੀਦ ਹੁੰਦੇ ਆ ਜੀ। ਉਹ ਵੀ ਹੈਗੇ ਆ, ਲੇਕਿਨ ਇਹ ਤਾਂ ਬਿਲਕੁਲ ਇਹਨਾਂ ਕੋਲ ਇੱਕ ਆਲਟਰਨੇਟਿਵ ਸੀ। ਇੱਥੇ ਆਲਟਰਨੇਟਿਵ ਜੀ। ਦਿੱਤੇ ਗਏ ਹੈ ਕਿ ਤੁਸੀਂ ਸੁੱਖ ਲੈ ਲਓ, ਤੁਸੀਂ ਆਨੰਦ ਲੈ ਲਓ, ਤੁਸੀਂ ਜਗੀਰਾਂ ਲੈ ਲਓ, ਤੁਸੀਂ ਬਾਦਸ਼ਾਹੀਆਂ ਲੈ ਲਓ, ਪਰ ਜੀ। ਉਹਨਾਂ ਨੂੰ ਠੁਕਰਾਇਆ। ਜੀ ਜੀ ਜੀ, ਸ਼ੁਕਰੀਆ ਬੀਬੀ ਜਗੀਰ ਕੌਰ ਜੀ। ਸਾਹਿਬਜ਼ਾਦਿਆਂ ਨੂੰ ਜੀ। ਇੱਕ ਆਲਟਰਨੇਟਿਵ ਦਿੱਤੇ ਜਾਂਦੇ ਸੀਗੇ, ਉਹਨਾਂ ਨੂੰ ਇੱਕ ਇਹ ਵੀ ਕਿਹਾ ਲਾਲਚ ਵੀ ਦਿੱਤੇ ਜਾਂਦੇ ਸੀ, ਪਰ ਉਹਨਾਂ ਠੁਕਰਾਇਆ ਸਭ ਕੁਝ। ਜੀ ਬਿਲਕੁਲ ਜੀ, ਚਲੋ ਸ਼ੁਕਰੀਆ ਜਗੀਰ ਕੌਰ ਜੀ ਸਾਡੇ ਨਾਲ ਜੁੜਨ ਦੇ ਲਈ। ਤਾਂ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ SGPC ਕਹਿ ਰਹੇ ਨੇ ਕਿ ਇਹ ਜਿਹੜਾ ਨਾਮ ਹੈ, ਜੇ ਨਾ ਇਹ ਦਿਨ ਰੱਖਣਾ ਸੀ ਤਾਂ ਘੱਟੋ ਘੱਟ ਜੋ ਸਿੱਖ ਸੰਸਥਾਵਾਂ ਨੇ, ਜੋ SGPC ਹੈ ਜਾਂ ਅਕਾਲ ਤਖਤ ਦੇ ਜਥੇਦਾਰ ਨੇ, ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਕੰਸਲਟ ਕਰ ਲੈਣਾ ਚਾਹੀਦਾ ਸੀ, ਉਹਨਾਂ ਦੀ ਰਾਏ ਲੈਣੀ ਚਾਹੀਦੀ ਸੀ। ਕਿਸ ਕਿਸਮ ਦੇ ਸ਼ਬਦ ਜੋ ਸਿੱਖ ਮਰਿਆਦਾ ਦੇ ਤਹਿਤ ਵਰਤੇ ਜਾ ਸਕਦੇ ਨੇ ਉਸ ਨੂੰ ਲੈ ਕੇ ਸਲਾਹ ਲੈਣੀ ਚਾਹੀਦੀ ਸੀ। ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ SGPC ਅਕਾਲ ਤਖਤ ਦੇ ਜਥੇਦਾਰ ਦੇ ਵੱਲੋਂ ਵੀ ਇਤਰਾਜ਼ ਜਤਾਇਆ ਗਿਆ ਹੈ। ਕਿਹਾ ਹੈ ਕਿ ਇਹ ਜੋ ਸ਼ਬਦ ਹੈ ਵੀਰ ਬਾਲ ਦਿਵਸ ਕਹਿਣਾ, ਇਹ ਸਾਡੇ ਸਿੱਖ ਰਵਾਇਤਾਂ ਦੀ ਤਰਜਮਾਨੀ ਨਹੀਂ ਕਰਦਾ, ਇਹ ਰਾਏ ਲਈ ਜਾਣੀ ਚਾਹੀਦੀ ਸੀ ਸਿੱਖ ਸੰਸਥਾਵਾਂ ਦੀ। ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਹੈ, SGPC ਪ੍ਰਧਾਨ ਨੇ ਵੀ ਕਿਹਾ ਹੈ, ਇਤਰਾਜ਼ ਜਤਾਇਆ ਹੈ ਇਸ ਨਾਮ ਨੂੰ ਲੈ ਕੇ। ਬੀਬੀ ਜਗੀਰ ਕੌਰ ਵੀ ਕਹਿ ਰਹੇ ਨੇ ਕਿ ਬਾਬਾ ਸ਼ਬਦ ਵਰਤਿਆ ਜਾਂਦਾ ਹੈ ਚਾਰੋਂ ਸਾਹਿਬਜ਼ਾਦਿਆਂ ਦੇ ਲਈ, ਤੇ ਚਾਰੋਂ ਸਾਹਿਬਜ਼ਾਦਿਆਂ ਨੂੰ ਵੱਖਰੇ ਵੱਖਰੇ ਕਰਕੇ ਵੀ ਨਹੀਂ ਦੇਖਿਆ ਜਾ ਸਕਦਾ। ਅਸੀਂ ਪਹਿਲਾਂ ਹੀ ਸ਼ਹੀਦੀ ਦਿਹਾੜੇ ਮਨਾਉਂਦੇ ਹਾਂ ਤੇ ਇਸ ਕਰਕੇ ਅਗਰ ਇਹ ਕਰਨਾ ਵੀ ਸੀ, ਇਸ ਕਿਸਮ ਦਾ ਕੋਈ ਦਿਨ ਮਨਾਉਣਾ ਵੀ ਸੀ, ਤਾਂ ਉਸ ਨੂੰ ਲੈ ਕੇ ਪਹਿਲਾਂ ਜੋ ਧਾਰਮਿਕ ਸੰਸਥਾਵਾਂ ਨੇ, ਸਿੱਖ ਸੰਸਥਾਵਾਂ ਨੇ, ਉਹਨਾਂ ਦੀ ਰਾਏ ਲੈਣੀ ਚਾਹੀਦੀ ਸੀ। ਪ੍ਰਧਾਨ ਮੰਤਰੀ ਦੀਆਂ ਭਾਵਨਾਵਾਂ ਦੀ ਅਸੀਂ ਕਦਰ ਕਰਦੇ ਹਾਂ, ਪਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਾਲ ਸੰਗਿਆ ਦੇ ਨਾਲ ਜੋੜ ਕੇ ਵੀਰ ਬਾਲ ਦਿਵਸ ਤੱਕ ਸੀਮਤ ਰੱਖਣਾ ਸ਼ਹਾਦਤਾਂ ਦੀ ਭਾਵਨਾ ਤੇ ਸਿੱਖ ਰਵਾਇਤਾਂ ਦੇ ਮੇਚ ਨਹੀਂ ਹੈ। ਸਿੱਖ ਇਤਿਹਾਸ, ਸਿਧਾਂਤਾਂ ਅਤੇ ਪਰੰਪਰਾਵਾਂ ਦੇ ਮੱਦੇਨਜ਼ਰ 10ਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀਆਂ ਵੱਡੇ ਯੋਧਿਆਂ ਵਰਗੀਆਂ ਹਨ। ਸਿੱਖ ਇਤਿਹਾਸ ਦੇ ਵਿੱਚ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੂੰ ਸੰਬੋਧਨ ਕਰਦੇ ਸਮੇਂ ਬਾਬਾ ਸ਼ਬਦ ਦੇ ਨਾਲ ਸਤਿਕਾਰ ਦਿੱਤਾ ਜਾਂਦਾ ਹੈ। ਇਹਨਾਂ ਨਾਲ ਸੰਬੰਧਿਤ ਕਿਸੇ ਵੀ ਮਾਮਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਲੈ ਕੇ ਹੀ ਕੋਈ ਫੈਸਲਾ ਕਰਨਾ ਚਾਹੀਦਾ ਹੈ।